ਜਿਹੜਾ ਸਾਡਾ ਖੇਤੀਬਾੜੀ ਦਾ ਸੈਕਟਰ ਹੈ, ਸਾਡੇ ਕਿਸਾਨ ਤੇ ਕਿਸਾਨ ਮਜ਼ਦੂਰ, ਇਹ ਸਾਡੀ ਮਾਲੀ ਹਾਲਤ ਦੀ ਰੀੜ੍ਹ ਦੀ ਹੱਡੀ ਹੈ। ਤੇ ਇਸ ਨੂੰ ਸੈਂਟਰ ਦੀ ਸਰਕਾਰ ਨੇ, ਇਸ ਸਰਕਾਰ ਨੇ ਤੋੜ ਕੇ ਰੱਖ ਦਿੱਤਾ ਹੈਗਾ ਕਿ ਇਹ ਜਿਹੜੀ BJP RSS ਸਰਕਾਰ ਹੈ, ਇਹ ਇੱਕ ਕੋਆਪਰੇਟਸ ਦੀ ਸਰਕਾਰ ਹੈ ਤੇ ਇਸ ਨੂੰ ਖੇਤੀਬਾੜੀ ਦੀ ਸਮਝ ਨਹੀਂ ਹੈ। ਇਹ ਖੇਤੀਬਾੜੀ ਨੂੰ ਤੋੜਨਾ ਚਾਹੁੰਦੀ ਹੈ, ਜਿਹਦੇ ਨਾਲ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ। ਸਾਡੇ ਕਿਸਾਨ ਕਰਜ਼ੇ 'ਚ ਹੈ ਤੇ ਜਿਹੜੇ ਖੇਤ ਮਜ਼ਦੂਰ ਤੇ ਰੰਗਰੇਟੇ ਸਿੱਖ ਹੈ, ਉਹ ਭੁੱਖਮਰੀ ਦੀ ਹਾਲਤ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹੈ। ਇਸ ਨੂੰ ਆਪਾਂ ਨੇ ਜਾਂ ਠੀਕ ਹੋ ਸਕਦਾ ਹੈ ਕਿ ਜੇ ਸੈਂਟਰ ਹਿੰਦੂਤਵਾ ਦੀ ਸਰਕਾਰ ਸਿੱਖਾਂ ਦੇ ਉੱਤੇ ਇਤਬਾਰ ਕਰੇ। ਅੱਜ ਤੱਕ ਸਿੱਖਾਂ ਦੇ ਉੱਤੇ ਇਤਬਾਰ ਨਹੀਂ ਰਿਹਾ, ਕਿਉਂ ਕਰਕੇ ਬਾਰਡਰ ਤੋਂ ਅਖੇੜ ਕੇ BSF ਨੂੰ 50 ਕਿਲੋਮੀਟਰ ਉਹਦੀ ਦਾਇਰ ਹੋਰ ਵਧਾ ਦਿੱਤੀ ਗਈ ਹੈ, ਜਿਹਦੇ ਨਾਲ BSF ਘਟ ਗਈ ਹੈ ਬਾਰਡਰ ਤੋਂ ਤੇ ਦੱਬ ਕੇ ਫੀਮ, ਹੈਰੋਇਨ, ਸਮੈਕ, ਕੋਕੇਨ, ਅਸਲਾ ਤੇ ਬਰੂਦ ਆ ਰਹੇ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸੈਂਟਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਪੰਜਾਬ ਦੇ ਨਾਲ, ਜਿਵੇਂ ਕਸ਼ਮੀਰ ਦੇ ਵਿੱਚ ਫਤੂੜ ਪਾਤਾ ਹੁਣ, ਉੱਥੇ ਕੋਈ ਸਰਕਾਰ ਨਹੀਂ, ਉੱਥੇ ਬਿਲਕੁਲ ਲਾਅ ਐਂਡ ਆਰਡਰ ਹੈ ਨਹੀਂ ਗਾ। ਇਸ ਤਰ੍ਹਾਂ ਦੇ ਹਾਲਾਤ ਸਾਡੇ ਪੰਜਾਬ ਦੇ ਵਿੱਚ ਇਹ ਪੈਦਾ ਕਰਨਾ ਚਾਹੁੰਦੀ ਹੈ, ਜਿਹਦੇ ਨਾਲ ਹੋਰ ਸੱਟ ਖੇਤੀਬਾੜੀ ਨੂੰ ਪਹੁੰਚੂਗੀ। ਸਾਡੀ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦਾ ਬਾਰਡਰ ਵਾਘੇ ਤੋਂ ਪਾਕਿਸਤਾਨ ਨੂੰ ਖੋਲ੍ਹਿਆ ਜਾਵੇ, ਜਿੱਥੇ ਸਾਡੀਆਂ ਏਜੰਸੀਆਂ, ਸਾਡੇ ਵਪਾਰੀ, ਸਾਡੇ ਟਰਾਂਸਪੋਰਟ ਵਾਲੇ ਉੱਥੇ ਵਪਾਰ ਲਈ ਲੈ ਕੇ ਜਾਣ। ਇਹਦਾ ਫਾਇਦਾ ਇਹ ਹੋਊਗਾ ਕਿ ਜਿਹੜੇ ਬੇਰੁਜ਼ਗਾਰ ਸਾਡੇ ਨੌਜਵਾਨ ਹੈ, ਉਹ ਵੀ ਟਰਾਂਸਪੋਰਟ ਦੇ ਧੰਦੇ ਦੇ ਵਿੱਚ ਖਪਤ ਹੋ ਜਾਣਗੇ, ਉਹਨਾਂ ਨੂੰ ਵੀ ਨੌਕਰੀਆਂ ਮਿਲਣੀਆਂ। ਅੱਜ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਕਣਕ ਦੀ ਘਾਟ ਹੈ ਤੇ ਪਾਕਿਸਤਾਨ ਹਜ਼ਾਰਾਂ ਕਿਲੋਮੀਟਰ ਦੂਰੋਂ ਰੂਸ ਤੋਂ ਕਣਕ ਮੰਗਾ ਰਿਹਾ ਹੈ। ਕੀ ਸਾਡਾ ਬੰਨਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਅਸੀਂ ਕਣਕ ਪਾਕਿਸਤਾਨ ਨੂੰ ਨਹੀਂ ਵੇਚ ਸਕਦੇ ਹੈਗੇ? ਦੂਸਰੀ ਚੀਜ਼ ਹੈ ਕਿ ਜਿਹੜੇ ਸਾਡੇ ਮਿਸਤਰੀ ਸਿੰਘ ਹੈ, ਉਹ ਸਾਰੇ ਜਿੰਨੀ ਵੀ ਮਸ਼ੀਨਰੀ ਖੇਤੀਬਾੜੀ ਦੀ ਬਣਦੀ ਹੈ ਉਹ ਪੈਦਾ ਕਰਦੇ ਹੈ। ਪਰ ਫਰਜ਼ ਕਰ ਲਓ ਬਟਾਲੇ ਤੋਂ ਜੇ ਕਰਦੇ ਹੈ, ਉਹ ਟਰੱਕ ਦੇ ਰਾਹੀਂ ਦਿੱਲੀ ਭੇਜਦੇ ਹੈ, ਦਿੱਲੀ ਤੋਂ ਗੁਜਰਾਤ ਜਾਂਦਾ ਹੈ, ਗੁਜਰਾਤ ਤੋਂ ਸਮੁੰਦਰ ਦੇ ਜਹਾਜ਼ ਦੇ ਵਿੱਚ ਕਰਾਚੀ ਪਹੁੰਚਦਾ ਹੈ, ਫਿਰ ਕਰਾਚੀ ਤੋਂ ਲਾਹੌਰ ਪਹੁੰਚਦਾ ਹੈ, ਤਾਂ ਫਿਰ ਜਿੱਥੋਂ ਉਹ ਮਸ਼ੀਨ ਪੈਦਾ ਹੁੰਦੀ ਹੈ ਬਟਾਲੇ ਤੋਂ, ਉੱਥੇ ਨਾਲ ਦੇ ਪਾਕਿਸਤਾਨ ਦੇ ਖੇਤਾਂ ਦੇ ਵਿੱਚ ਸਿਆਲਕੋਟ ਹੈ ਜਿਹੜਾ, ਉੱਥੇ ਪਹੁੰਚਦੀ ਹੈ। ਹੁਣ ਤੁਸੀਂ ਦੱਸੋ ਕਿ ਸਾਡੀ ਜਿਹੜੀ ਮਸ਼ੀਨਰੀ ਬਣਦੀ ਹੈ ਇਹ ਬਹੁਤ ਜ਼ਿਆਦਾ ਵੱਧ ਸਕਦੀ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਲੋਕ ਨੌਕਰੀ ਕਰ ਸਕਦੇ ਹੈ, ਕਮਾਈ ਕਰ ਸਕਦੇ ਹੈ। ਪਰ ਇਹਨਾਂ ਨੇ, ਦਿੱਲੀ ਵਾਲਿਆਂ ਨੇ ਸਿੱਖ ਕੌਮ ਦੇ ਉੱਤੇ ਸ਼ੱਕ ਕਰਕੇ ਉਹ ਵੀ ਬੰਦ ਕੀਤਾ ਹੋਇਆ। ਹੁਣ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਉਸ ਨੇ ਇੰਡੀਆ ਤੋਂ ਵੀ ਦਸਤਖਤ ਕਰਾਏ ਹੈ ਕਿ ਤੁਸੀਂ ਬਾਰਡਰਾਂ ਨੂੰ ਖੋਲ੍ਹ ਦਿਓ, ਪਰ ਇੰਡੀਆ ਮਜਬੂਰ ਹੈ, ਕਿਉਂ ਕਰਕੇ ਉਹਨਾਂ ਨੂੰ ਇਤਬਾਰ ਨਹੀਂ ਹੈ ਸਿੱਖ ਕੌਮ ਦੇ ਉੱਤੇ। ਇਹਦੇ ਨਾਲ ਮੈਂ ਸਮਝਦਾ ਕਿ ਉਹ ਆਪਣੇ ਨੱਕ ਨੂੰ ਵੱਢ ਰਹੇ ਹੈ ਹਿੰਦੂਤਵ ਵਾਲੇ, ਕਿ ਅਸੀਂ ਇਹ ਆਪਣੇ ਮੂੰਹ ਨੂੰ ਪਨਿਸ਼ ਕਰੀਏ ਜਾਂ ਆਪਣੇ ਮੂੰਹ ਨੂੰ ਸਜ਼ਾ ਦਈਏ। ਨੱਕ, ਆਪਣਾ ਨੱਕ ਕੱਟ ਕੇ ਆਪਣੇ ਮੂੰਹ ਨੂੰ ਸਜ਼ਾ ਦੇ ਰਹੇ ਹੈ ਇਹ BJP ਤੇ RSS ਵਾਲੇ, ਜਿਹੜਾ ਬਾਰਡਰ ਖੋਲ੍ਹ ਨਹੀਂ ਰਹੇ। ਸਾਡੀ ਪ੍ਰਾਇਓਰਿਟੀ ਹੈ ਕਿ ਇਹ ਬਾਰਡਰ ਖੋਲ੍ਹ ਦਿੱਤਾ ਜਾਵੇ। ਤੀਜੀ ਚੀਜ਼ ਹੈ
कि लॉ एंड ऑर्डर बिल्कुल ख़त्म हो गया है। जिमें सरदार सिद्धू ਨੂੰ ਮਾਰਿਆ ਗਿਆ ਤੇ ਫਿਰ ਸਰਦਾਰ ਮੂਸੇਵਾਲ ਨੂੰ ਮਾਰਿਆ ਗਿਆ। ਦਿੱਲੀ ਤੋਂ ਪੰਜਾਬ ਦੀ ਸਰਕਾਰ ਭਗਵੰਤ ਜੀ ਨੂੰ ਰਿਪੋਰਟ ਆ ਗਈ ਸੀ ਆਈਪੀ ਦੀ ਕਿ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ। ਫਿਰ ਦਿੱਲੀ ਦੀ ਪੁਲਿਸ ਨੇ ਰਿਪੋਰਟ ਚੀਫ ਮਿਨਿਸਟਰ ਸਾਹਿਬ ਨੂੰ ਭੇਜੀ ਕਿ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ। ਪਰ ਆਪਣੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਬਚਾਉਣ ਦੀ ਥਾਂ ਉਹਨਾਂ ਦੀ ਸਿਕਿਉਰਿਟੀ ਵਾਪਸ ਕਰ ਲਈ, ਜਿਹਦਾ ਮਤਲਬ ਹੈ ਹੱਥ ਹੋ ਸਕਦਾ ਹੈ ਪੰਜਾਬ ਸਰਕਾਰ ਦਾ ਵੀ ਭਾਈ ਮੂਸੇਵਾਲ ਨੂੰ ਮਰਾਉਣ ਦਾ। ਇਹਦੇ ਨਾਲ ਕੋਤਾਹੀ ਕੀਤੀ ਹੈ। ਕੋਤਾਹੀ ਕਰਨ ਦਾ ਇੱਕ ਜੁਰਮ ਹੈ ਆਈਪੀਸੀ ਦਾ, ਅਤੇ ਉਹ ਵੀ ਪੰਜਾਬ ਸਰਕਾਰ ਦੇ ਉੱਤੇ ਜਦੋਂ ਚਲਾਨ ਪੇਸ਼ ਹੋਇਆ ਉਹ ਵੀ ਲੱਗੂਗਾ ਕਿ ਤੁਸੀਂ ਨੈਗਲੀਜੈਂਸ ਦੇ ਨਾਲ ਅਤੇ ਜਾਂ ਸਾਜ਼ਿਸ਼ ਦੇ ਨਾਲ ਮੂਸੇਵਾਲ ਸਾਹਿਬ ਨੂੰ ਤੁਸੀਂ ਮਰਵਾਇਆ। ਦੂਸਰੀ ਚੀਜ਼ ਹੈ ਸਾਡੇ ਖੇਤ ਮਜ਼ਦੂਰਾਂ ਦੀ, ਅਤੇ ਜਿਹੜੇ ਸਾਡੇ ਇਹ ਰੰਗਰੇਟੇ ਸਿੱਖ ਹੈ ਪਿੰਡਾਂ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੈ। ਉਹਨਾਂ ਦੇ ਬੱਚਿਆਂ ਦੇ ਤੁਸੀਂ ਦੇਖ ਸਕਦੇ ਹੋ ਬਾਹਾਂ ਲੱਤਾਂ ਐਂ ਸੁੱਕੀਆਂ ਪਈਆਂ, ਉਹਨਾਂ ਦੇ ਕੋਲੇ ਕੋਈ ਖੁਰਾਕ ਨਹੀਂ, ਫਟੇ ਹੋਏ ਕੱਪੜੇ ਨੇ, ਛੋਟੀਆਂ ਬੱਚੀਆਂ, ਮਾਵਾਂ ਨੂੰ ਕੋਈ ਵੇਲ ਨਹੀਂ ਕਿ ਉਹਨਾਂ ਦਾ ਸਿਰ ਵਾਹ ਦੇਣ, ਉਹਨਾਂ ਦੇ ਵਾਲ ਜਟਾਂ ਬਣ ਗਏ ਹੈ। ਮੇਰਾ ਕਹਿਣ ਦਾ ਮਤਲਬ ਹੈ ਨਾ ਉਹਨਾਂ ਦੇ ਕੋਲੇ ਪੜ੍ਹਾਈ ਲਿਖਾਈ ਹੈ, ਨਾ ਖੁਰਾਕ ਹੈ, ਨਾ ਉਹਨਾਂ ਬੀਬੀਆਂ ਦੀ ਸੰਭਾਲ ਹੈਗੀ ਹੈ ਛੋਟੀ ਬੇਬੀਆਂ ਦੀ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇੱਕ ਕਮਰਾ ਇੱਕ ਰੰਗਰੇਟੇ ਸਿੱਖ ਦਾ ਪਿੰਡ ਦੇ ਵਿੱਚ, ਉਹਦੇ ਵਿੱਚ ਮੀਆਂ ਬੀਬੀ ਵੀ ਸੌਂਦੇ ਹੈ, ਜੇ ਉਹਨਾਂ ਦੀ ਨੂੰਹ ਅਤੇ ਮੁੰਡਾ ਹੈ ਉਹ ਵੀ ਉਸੇ ਕਮਰੇ 'ਚ ਸੌਂਦੇ ਹੈ, ਜੇ ਉਹਨਾਂ ਦੀ ਵਿਆਹੀ ਹੋਈ ਲੜਕੀ ਘਰੇ ਆਪਣੇ ਜਵਾਈ ਨਾਲ ਆਉਂਦੀ ਹੈ ਉਹ ਵੀ ਇਸੇ ਕਮਰੇ 'ਚ ਸੌਂਦੇ ਹੈ। ਸਿਆਲ ਦੇ ਵਿੱਚ ਜਦੋਂ ਸੀਤਲ ਅਤੇ ਠੰਡੀ ਸਰਦੀ ਹੋ ਜਾਂਦੀ ਹੈ ਫਿਰ ਮੱਝ ਵੀ ਉਸ ਕਮਰੇ ਦੇ ਵਿੱਚ ਸੌਂਦੀ ਹੈ। ਹੁਣ ਇੰਦਰਾ ਗਾਂਧੀ ਜੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਵੱਡੀ ਪ੍ਰਾਈਮ ਮਿਨਿਸਟਰ ਸੀਗੀ, ਉਹਨੇ ਕਿਹਾ ਸੀਗਾ ਹਰੇਕ ਦੇ ਲਈ ਰੋਟੀ ਕੱਪੜਾ ਮਕਾਨ ਅਸੀਂ ਦੇਵਾਂਗੇ। ਸਾਡੇ ਰੰਗਰੇਟੇ ਸਿੱਖਾਂ ਦੇ ਲਈ ਨਾ ਰੋਟੀ ਹੈ, ਨਾ ਕੱਪੜਾ ਹੈ, ਨਾ ਮਕਾਨ ਹੈ। ਇਹਦੇ ਬਾਰੇ ਸਰਕਾਰ ਨੇ ਕੀ ਕਰਨਾ? ਪਿਛਲੀ ਸਰਕਾਰ ਨੇ ਸਾਰਾ ਜਿਹੜਾ ਰੰਗਰੇਟਿਆਂ ਦੇ ਲਈ ਪੈਸਾ ਸੈਂਟਰ ਤੋਂ ਆਇਆ ਸੀ ਉਹ ਖੁਰਦ-ਬੁਰਦ ਕਰਤਾ, ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਹੋਵੇ ਅਤੇ ਟਰੁੱਪ ਦਾ ਖਿਆਲ ਸਾਡੇ ਗਰੀਬ ਲੋਕਾਂ ਦੇ ਉੱਤੇ, ਜਿਹੜੇ ਪਿੰਡਾਂ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿੰਦੇ ਹੈ, ਭੁੱਖਮਰੀ, ਸਟਾਰਵੇਸ਼ਨ, ਇਹ ਬੜਾ ਸੀਰੀਅਸ ਇੱਕ ਇੰਟਰਨੈਸ਼ਨਲ ਜੁਰਮ ਹੈ ਕਿ ਤੁਸੀਂ ਆਪਣੇ ਲੋਕਾਂ ਦੀ ਰੋਟੀ ਕੱਪੜਾ ਮਕਾਨ ਬੰਦ ਕਰ ਦਿੱਤਾ ਹੈ, ਜਿਹੜਾ ਇੰਡੀਆ ਨੇ ਅੱਜ ਇਹਨਾਂ ਦੀ ਹਾਲਤ ਕੀਤੀ ਹੋਈ ਹੈ। ਦੂਸਰੇ ਪਾਸੇ ਹੈ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਬਰ ਹੋ ਰਿਹਾ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਬਹੁਤ ਗੰਦੇ ਸ਼ਬਦ ਬੀਜੇਪੀ ਅਤੇ ਆਰਐਸਐਸ ਨੇ ਕੀਤੇ ਹੈ, ਪਰ ਸਰਕਾਰ ਕਹਿੰਦੀ ਹੈ ਇਹ ਸਾਡੇ ਸਪੋਕਸਮੈਨ ਬੀਜੇਪੀ ਨੇ ਕੀਤੇ ਹੈ, ਸਰਕਾਰ ਨੇ ਨਹੀਂ। ਪਰ ਚੌਥੇ ਦਿਨ ਅਮਿਤ ਸ਼ਾਹ ਜੀ ਨੇ ਇੱਕ ਬਿਆਨ ਦਿੱਤਾ ਕਿ ਮੈਂ ਸਾਰੀ ਹਿਸਟਰੀ ਹੈ ਜਿਹੜੀ ਇਤਿਹਾਸ ਇੰਡੀਆ ਦੀ ਉਹ ਮੈਂ ਤਬਦੀਲ ਕਰ ਰਿਹਾ, ਖਾਸ ਕਰਕੇ ਮੁਗਲ ਰਾਜ ਨਵੀਆਂ ਕਿਤਾਬਾਂ ਦੇ ਵਿੱਚ ਨਹੀਂ ਛਪੂਗਾ। ਇਹਦਾ ਮਤਲਬ ਹੈ ਇਹ ਸਾਰਾ ਮੁਸਲਮਾਨਾਂ ਦੇ ਖਿਲਾਫ ਆਰਐਸਐਸ ਅਤੇ ਬੀਜੇਪੀ ਦੀ ਪਾਲਿਸੀ ਹੈ, ਅਤੇ ਇਹਦੀ ਜਿਹੜੀ ਜੜ੍ਹ ਹੈ, ਜਿਹੜਾ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ, ਇਹ ਆਰਐਸਐਸ ਅਤੇ ਬੀਜੇਪੀ ਦੀ ਪਾਲਿਸੀ ਦੇ ਮੁਤਾਬਕ ਉਸ ਬੀਜੇਪੀ ਦੀ ਸਪੋਕਸਪਰਸਨ ਨੇ ਇਹ ਬਿਆਨ ਦਿੱਤੇ ਹੈਗੇ ਹੈ। ਅਤੇ ਅਮਰੀਕਾ ਨੇ ਵੀ ਕਹਿ ਦਿੱਤਾ ਹੈ ਕਿ ਇੰਡੀਆ ਦੇ ਵਿੱਚ ਧਾਰਮਿਕ ਫਰੀਡਮ ਖਤਮ ਕਰ ਦਿੱਤੀ ਗਈ ਹੈ। ਅਸੀਂ ਇਹਦੇ ਬਿਲਕੁਲ ਵਿਰੋਧ ਦੇ ਵਿੱਚ ਹੈ। ਜਿਹੜੀ ਪਾਲਿਸੀ ਕਤਲੇਆਮ ਦੀ ਕਸ਼ਮੀਰੀਆਂ ਦੇ ਖਿਲਾਫ ਕਸ਼ਮੀਰ ਦੇ ਵਿੱਚ ਚੱਲ ਰਹੀ ਹੈ, ਇਹਦੇ ਬਾਰੇ ਮੈਂ
ਇੱਕ ਚਿੱਠੀ ਲਿਖੀ ਹੈ ਚੀਫ ਸੈਕਟਰੀ ਨੂੰ, ਉਹਦੀਆਂ ਕਾਪੀਆਂ ਅਸੀਂ ਤੁਹਾਨੂੰ ਦੇ ਦਿੰਦੇ। ਫਿਰ ਅਸੀਂ ਚਾਹੁੰਦੇ ਹਾਂ ਕਿ ਇੱਕ ਰੈਂਕ, ਇੱਕ ਪੈਨਸ਼ਨ, ਤੇ ਜਿਹੜੀ ਹੁਣ ਨੋ ਰੈਂਕ ਨੋ ਪੈਨਸ਼ਨ 4 ਸਾਲਾਂ ਦੇ ਲਈ ਸਰਕਾਰ ਰਿਕਰੂਟਮੈਂਟ ਕਰ ਰਹੀ ਹੈ। ਇਹਦੇ ਬਾਰੇ ਸਾਡੇ ਚੀਫ ਜਿਹੜੇ ਐਕਸ ਸਰਵਿਸਮੈਨ ਦੇ ਚੇਅਰਮੈਨ ਹੈ ਪੰਜਾਬ ਦੇ, ਉਹ ਤੁਹਾਨੂੰ ਦੱਸਣਗੇ ਕਿ ਇਹਦਾ ਫੌਜ ਦਾ ਕਿੰਨਾ ਨੁਕਸਾਨ ਹੋ ਜਾਊਗਾ। 300 ਸਾਲ ਤੋਂ ਫੌਜ ਖੜੀ ਹੈ ਤੇ ਉਸ ਦਾ ਕਿੱਡਾ ਨੁਕਸਾਨ ਹੋਊਗਾ ਕਿ 4 ਸਾਲ ਨੌਕਰੀ ਦੇਣੀ ਹੈ, ਉਹਦੇ 'ਚ ਕੋਈ ਰੈਂਕ ਨਹੀਂ ਦਿੱਤਾ ਜਾਊਗਾ, ਉਸ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਦਿੱਤੀ ਜਾਊਗੀ। ਜਦੋਂ 4 ਸਾਲ ਖਤਮ ਹੋ ਜਾਣਗੇ 11,000 ਰੁਪਈਆ ਦਿੱਤਾ ਜਾਊਗਾ ਉਸ ਨੂੰ, ਤੇ ਅੱਧਾ 5.5 ਲੱਖ ਰੁਪਈਆ ਉਹ ਉਸੇ ਜਵਾਨ ਦਾ ਹੋਊਗਾ ਜਿਹੜੇ ਹਰੇਕ ਮਹੀਨੇ ਉਹਦੀ ਤਨਖਾਹ 'ਚੋਂ ਕੱਟਿਆ ਜਾਊਗਾ, ਤੇ 5.5 ਲੱਖ ਸਰਕਾਰ ਦੇਊਗੀ 4 ਸਾਲਾਂ ਬਾਅਦ। ਤੇ ਕਹਿੰਦੇ ਹੈ ਕਿ 11 ਲੱਖ ਰੁਪਈਆ ਅਸੀਂ ਉਸ ਜਵਾਨ ਨੂੰ ਵਿਦਾਈ ਦਾ ਦੇਵਾਂਗੇ। ਇਹਦੇ ਨਾਲ ਸਾਰਾ ਸਟਰਕਚਰ ਫੌਜ ਦਾ ਖਤਮ ਹੋ ਰਿਹਾ ਹੈ। ਤੁਹਾਨੂੰ ਪਤਾ ਹੈ BJP ਤੇ RSS ਸਾਡੇ ਸਰਹੱਦਾਂ ਦੀ ਹਿਫਾਜ਼ਤ ਨਹੀਂ ਕਰ ਸਕਦਾ। 2020 ਦੇ ਵਿੱਚ 900 ਸਕੁਅਰ ਕਿਲੋਮੀਟਰ ਟੈਰੀਟਰੀ ਕਮਿਊਨਿਸਟ ਚੀਨ ਨੂੰ ਸਾਡੇ BJP RSS ਸਰਕਾਰ ਨੇ ਹੱਥ ਕੱਢ ਕੇ, ਜਿਵੇਂ ਕੋਈ ਕਿਸੇ ਨੂੰ ਗਿਫਟ ਦੇਣੀ ਹੁੰਦੀ ਹੈ, ਇਸ ਤਰ੍ਹਾਂ ਚੀਨ ਦੇ ਹੱਥ ਦੇ ਦਿੱਤੇ ਹੈਗੇ ਆ। ਇਹ ਬਹੁਤ ਬਦਨਾਮੀ ਦੀ ਚੀਜ਼ ਹੈ। ਮਾਨ ਸਾਹਿਬ, ਮੈਂ ਪਹਿਲਾਂ ਹੁਣ ਫਿਰ ਸਾਡੇ ਮੁਲਾਜ਼ਮ ਹੈਗੇ ਹੈ, ਉਹਨਾਂ ਨੂੰ ਬਹੁਤ ਕੰਮ ਦਿੱਤਾ ਜਾਂਦਾ ਹੈ। ਜਿਵੇਂ ਇੱਕ ਇੰਸਪੈਕਟਰ ਹੈ, ਉਸ ਨੂੰ 2-2 3-3 ਥਾਣੇ ਦਿੱਤੇ ਹੋਏ ਹੈ। ਇਸੇ ਤਰ੍ਹਾਂ ਕੋਆਪਰੇਟ ਮਹਿਕਮੇ ਦੇ ਵਿੱਚ ਉੱਥੇ ਵੀ ਇੱਕ ਪੋਸਟ ਹੈ, ਪਰ 3-3 ਉਹਨਾਂ ਨੂੰ ਜ਼ਿਆਦਾ ਪੋਸਟਾਂ ਦਿੱਤੀਆਂ ਹੋਈਆਂ। ਹੁਣ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਅਸੀਂ ਕਰਾਂਗੇ, ਆਹ ਬੀਬੀ ਖੰਭੇ ਦੇ ਉੱਤੇ ਚੜ੍ਹੀ ਹੋਈ ਹੈ। ਇਸ ਨੂੰ ਕੇਜਰੀਵਾਲ ਸਾਹਿਬ ਆ ਕੇ ਪ੍ਰੋਮਿਸ ਕਰਕੇ ਗਏ ਸੀਗੇ ਕਿ ਬੀਬੀ ਜਿੱਦਣ ਸਾਡੀ ਸਰਕਾਰ ਆਈ ਅਸੀਂ ਤੈਨੂੰ ਨੌਕਰੀ ਦੇ ਦਾਂਗੇ, ਕਿਉਂ ਕਰਕੇ ਤੂੰ ਇਮਤਿਹਾਨ ਪਾਸ ਕਰ ਲਿਆ, ਤੂੰ ਮੈਰਿਟ ਦੇ ਵਿੱਚ ਆਏ ਹੋ ਤੁਸੀਂ, ਤੇ ਤੁਹਾਨੂੰ ਨੌਕਰੀ ਦਿੱਤੀ ਜਾਊਗੀ। ਸੋ ਅਜੇ ਤੱਕ ਵਿਚਾਰੀ ਖੰਭੇ ਦੇ ਉੱਤੇ ਚੜ੍ਹੀ ਹੋਊਗੀ। ਜੇ ਉਹ ਜ਼ਿਆਦਾ ਤੰਗ ਹੋ ਗਈ, ਉਹ ਉੱਥੋਂ ਛਾਲ ਵੀ ਮਾਰ ਸਕਦੀ ਹੈ। ਤੇ ਇਹ ਸਾਰਾ ਕੁਝ ਭਗਵੰਤ ਜੀ ਵੀ 2 ਦਿਨ ਇਸ ਇਲਾਕੇ ਦਾ ਦੌਰਾ ਕਰਕੇ ਗਏ ਹੈ, ਪਰ ਉਹਨਾਂ ਨੇ ਉਹ 2 ਬੀਬੀਆਂ ਨੂੰ ਬਿਲਕੁਲ ਵਿਸ਼ਵਾਸ ਨਹੀਂ ਦਿੱਤਾ ਕਿ ਤੁਸੀਂ ਉਤਰੋ। ਜਿਵੇਂ ਸਾਡਾ ਕੇਜਰੀਵਾਲ ਸਾਹਿਬ ਕਹਿ ਕੇ ਗਿਆ ਸੀ, ਉਸ ਤਰ੍ਹਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਹੁਣ ਬਾਕੀ ਦਾ ਸਿੱਧੂ ਸਾਹਿਬ ਜਿਹੜੀ ਨੋ ਰੈਂਕ ਨੋ ਪੋਲਿਸੀ ਹੈ, ਤੇ ਬਾਕੀ ਦੀ ਚੀਜ਼ ਜਿਹੜੀ ਕਹਿਣੀ ਚਾਹੁੰਦੇ ਹੈ, ਇਹਨਾਂ ਦਾ ਜਿਹੜਾ ਤਜਰਬਾ ਹੋਇਆ ਇਹ ਤੁਹਾਡੇ ਨਾਲ ਗੱਲਬਾਤ ਕਰਨਗੇ। ਦੇਖੋ ਸਰ ਸਾਹਿਬ, ਸਾਡਾ ਇਖਲਾਕੀ ਆਵਾਜ਼ ਹੁੰਦੀ ਹੈ, ਤੇ ਇਖਲਾਕੀ ਆਵਾਜ਼ ਮੰਨੀ ਜਾਂਦੀ ਹੈ। ਜਦੋਂ ਪਹਿਲਾਂ ਮੈਂ MP ਸੀਗਾ ਤੇ ਲਹਿਰਾ ਗਾਗਾ ਮੇਰੇ ਹਲਕੇ 'ਚ ਨਹੀਂ ਸੀਗਾ, ਮੈਂ ਮਹਾਰਾਣੀ ਪਟਿਆਲਾ ਜਿਹੜੇ MP ਸੀਗੇ ਪਟਿਆਲੇ, ਉਹਨਾਂ ਦੇ ਹਲਕੇ 'ਚ ਸੀ। ਅਸੀਂ ਪਾਣੀਆਂ ਦੇ ਵਜ਼ੀਰ ਦੇ ਕੋਲੇ ਗਏ ਸੀਗੇ ਤੇ ਕਿਹਾ ਸੀਗਾ ਕਿ ਇਹ ਕਰੋੜਾਂ ਅਰਬਾਂ ਰੁਪਇਆਂ ਦੀ ਫਸਲ ਇੱਕ ਘੱਗਰ ਮਾਰ ਦਿੰਦਾ, ਤੇ ਇਹਦੇ ਉੱਤੇ ਤੁਹਾਨੂੰ ਇਹਦੀ ਸਫਾਈ ਕਰਨੀ ਚਾਹੀਦੀ ਹੈ, ਤੇ ਜਿੱਥੇ ਬੰਦ ਟੁੱਟੇ ਹੋਏ ਹੈ ਉਹਨਾਂ ਨੂੰ ਕਰੋ। ਹੁਣ ਉਦੋਂ ਦਾ ਲੱਗ ਕੇ ਪੈਸਾ ਚੱਲਦਾ ਹੁੰਦਾ, ਪਰ ਹੁਣ ਫੇਰ ਘੱਗਰ ਦਾ ਡਰ ਹੈ ਇਸ ਸਾਲ ਕਿ ਇਹ ਆਪਣੇ ਕੰਢੇ ਫੇਰ ਉਛਾਲੂਗਾ ਤੇ ਨੁਕਸਾਨ ਕਰਾਊਗਾ। ਅਸੀਂ ਜਿਹੜੀ ਗੱਲ ਕਰਦੇ ਹਾਂ, ਤੁਸੀਂ ਵੀ ਮੇਰੇ ਕੋਲੇ ਰਹੇ ਹੋ, ਕੋਈ ਪੁਲਿਸ ਅਫਸਰ ਨੇ ਕਿਸੇ ਦੇ ਉੱਤੇ ਕਰਪਸ਼ਨ ਦਾ ਜਾਂ ਕੁਛ ਇਲਜ਼ਾਮ ਨਹੀਂ ਲੱਗਣ ਦਿੱਤਾ। ਕੋਈ ਕਿਸੇ ਕਿਸਮ ਦੇ ਜਿਹੜੇ ਬਾਬੂ ਸੀਗੇ ਉਹਨਾਂ ਦੀ ਹੜਤਾਲ ਨਹੀਂ ਹੋਈ। ਜਿਹੜੇ ਸਾਡੇ ਖੇਤੀ ਕਰਨ ਵਾਲੇ ਸੀ ਉਹਨਾਂ ਦੇ ਧਰਨੇ ਨਹੀਂ ਹੋਏ, ਖੇਤ ਮਜ਼ਦੂਰਾਂ ਦੇ ਨਹੀਂ ਹੋਏ, ਨਾ ਕਿਸੇ ਨਿਰੰਕਾਰੀ ਦਾ ਹੋਇਆ, ਨਾ ਕਿਸੇ ਪ੍ਰੇਮੀ ਦਾ ਹੋਇਆ।
ਬਿਲਕੁਲ ਇੱਥੇ ਸ਼ਾਂਤ ਰੱਖਿਆ। ਪਰ ਮੈਂ ਸਿਰਫ MP ਸੀ, ਮੇਰੇ ਕੋਲੇ ਐਗਜ਼ੈਕਟਿਵ ਤਾਕਤ ਨਹੀਂ ਸੀ। ਪਰ ਜਿਹੜੀ ਮੈਨੂੰ ਮੈਂਡੇਟ ਇੰਨੀ ਤਕੜੀ ਮਿਲੀ ਹੋਈ ਸੀ ਬਾਦਲ ਸਾਹਿਬ ਦੀ ਤੇ ਅਮਰਿੰਦਰ ਸਾਹਿਬ ਦੀ ਵੀ ਸਰਕਾਰ ਮੇਰੀ ਗੱਲ ਨੂੰ ਮੰਨਦੀ ਸੀਗੀ ਕਿ ਜੇ ਅਸੀਂ ਇੱਥੇ ਅਮਨ ਰੱਖਣਾ ਹੈ, ਜਿਹੜਾ ਪ੍ਰਧਾਨ ਹਲਕਾ ਹੈਗਾ ਸਾਡੇ ਸਾਰੀ ਕਾਸ਼ਤ ਦਾ, ਤੇ ਫਿਰ ਸਿਮਰਨਜੀਤ ਸਿੰਘ ਮਾਨ MP ਦੀ ਗੱਲ ਸੁਣਨੀ ਪੈਣੀ ਹੈ, ਤੇ ਸੁਣਦੇ ਸੀਗੇ।